ਪੂਰਬੀ ਰਵਿਦਾਸ ਜੀਓ। ਹਾਂ, ਗੌੜੀ ਰਾਗ ਹੈ ਤੇ ਪੂਰਬੀ ਜਾਤੀ ਵਿੱਚ, ਪਿਛਲਾ ਬੈਰਾਗਣ ਜਾਤੀ 'ਚ ਸੀ, ਇਹ ਹੁਣ ਪੂਰਬੀ ਜਾਤੀ ਵਿੱਚ ਭਗਤ ਰਵਿਦਾਸ ਜੀ ਦਾ ਪਾਵਨ ਸ਼ਬਦ ਹੈ। ਓੰਕਾਰ ਸਤਿਗੁਰ ਪ੍ਰਸਾਦ। ਮੰਗਲ ਕਰਦੇ ਆ ਇੱਕੋ ਇੱਕ ਅਦੁੱਤੀ ਪ੍ਰਮਾਤਮਾ ਓੰਕਾਰ ਸਰਬ ਦਾ ਪ੍ਰਕਾਸ਼ਕ, ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਰਾਹੀਂ ਪ੍ਰਾਪਤ ਹੁੰਦਾ ਹੈ। ਭਰਿਓ ਜੈਸੇ ਦਾਦਰਾ। ਸੋ ਇਸ ਪ੍ਰਕਾਰ ਇਹ ਸ਼ਬਦ ਅੰਦਰ ਵੀ ਪ੍ਰਮਾਤਮਾ ਦੇ ਸਨਮੁਖ ਬੇਨਤੀ ਕਰਦੇ ਹੈ। ਪਹਿਲਾਂ ਤਾਂ ਆਪਣੀ ਰਾਸ਼ੀ ਪੂੰਜੀ ਦੀ ਸੀ ਬੇਨਤੀ ਕਿ ਮਹਾਰਾਜ ਉਹਨੂੰ ਆਪ ਕਿਰਪਾ ਕਰਕੇ ਬਚਾ ਕੇ ਰੱਖੋ। ਹੁਣ ਇਹਦੇ ਵਿੱਚ ਬੇਨਤੀ ਕਰਦੇ, ਮਹਾਰਾਜ ਕਿਰਪਾ ਕਰਕੇ ਆਪਣੇ ਦਰਸ਼ਨ ਦਿਓ ਸਾਨੂੰ ਹੁਣ। ਸੋ ਇੱਦਾਂ ਕਿਉਂ, ਜਗਿਆਸੂ ਦੀ ਅਵਸਥਾ ਹੈ ਨਾ, ਕਿਤੇ ਕਿਤੇ ਜਦੋਂ ਬੰਦਗੀ ਕਰਦਾ ਹੈ, ਕਰਦਿਆਂ ਕਰਦਿਆਂ ਜਦੋਂ ਆਪਣੇ ਗੁਨਾਹ ਚੇਤੇ ਆਉਂਦੇ ਹੈ, ਚੇਤੇ ਆ ਕੇ ਫਿਰ ਪ੍ਰਮਾਤਮਾ ਕੋਲ ਮਾਫੀਆਂ ਮੰਗਦਾ, ਫਿਰ ਕਿਸੇ ਤਰ੍ਹਾਂ ਅੰਦਰ ਪ੍ਰੇਮ ਪ੍ਰਗਟ ਹੋ ਜਾਂਦਾ। ਜਦੋਂ ਮਾਫੀਆਂ ਮੰਗਦਾ, ਨਿਮਰਤਾ 'ਚ ਆਉਂਦਾ ਹੈ, ਤਾਂ ਫਿਰ ਅੰਦਰ ਦਰਸ਼ਨਾਂ ਦੀ ਸਿੱਕ ਲੱਗ ਜਾਂਦੀ, ਮਹਾਰਾਜ ਹੁਣ ਆ ਕੇ ਦਰਸ਼ਨ ਦੇ ਦਿਓ। ਇਸ ਪ੍ਰਕਾਰ ਹੁਣ ਭਗਤ ਰਵਿਦਾਸ ਜੀ ਆਹ ਸ਼ਬਦ ਦੇ ਅੰਦਰ ਪਰਮਾਤਮਾ ਦੇ ਪਾਸੋਂ ਉਹਦੇ ਦਰਸ਼ਨ ਮੰਗਦੇ ਹਨ, ਤੇ ਦਰਸ਼ਨਾਂ ਦੇ ਵਿੱਚ ਕਿਹੜਾ ਵਿਘਨ ਪੈ ਜਾਂਦਾ ਹੈ ਉਹ ਵੀ ਦੱਸਣਗੇ। ਸੋ ਸਮਝਾਉਂਦੇ ਹਨ, ਭਰਿਓ ਜੈਸੇ ਦਾਦਰਾ। ਕੂਪ ਨਾ ਹੈ ਖੂਹ ਦਾ, ਦਾਦਰਾ ਕਹਿੰਦੇ ਡੱਡੂਆਂ ਨੂੰ। ਕਹਿੰਦੇ ਜਿਵੇਂ ਖੂਹ ਦੇ ਵਿੱਚ ਡੱਡੂ ਹੀ ਭਰੇ ਪਏ ਹੋਣ, ਜਾਂ ਇਸੇ ਤਰ੍ਹਾਂ ਕੂਪ ਭਰਿਓ, ਜਿਵੇਂ ਕੂਪ ਖੂਹ ਭਰਿਆ ਹੋਵੇ ਪਾਣੀ ਦਾ, ਤੇ ਜੈਸੇ ਦਾਦਰਾ ਉਹਦੇ ਵਿੱਚ ਰਹਿੰਦਾ ਹੋਵੇ ਜਿਸ ਤਰ੍ਹਾਂ ਇੱਕ ਡੱਡੂ। ਦੇਸ ਵਿਦੇਸ ਨਾ ਬੂਝ। ਤੇ ਉਹ ਵਿਚਾਰੇ ਡੱਡੂ ਨੂੰ ਕਹਿੰਦੇ ਕੁਝ ਦੇਸ਼ ਪ੍ਰਦੇਸ਼ ਦੀ ਕੋਈ ਬੂਝ ਸਮਝ ਨਹੀਂ ਹੁੰਦੀ ਹੈ। ਭਾਵ ਕਿ ਜਿਵੇਂ ਇੱਕ ਦ੍ਰਿਸ਼ਟਾਂਤ ਹੈ ਕਿ ਇੱਕ ਵਾਰ ਇੱਕ ਖੂਹ ਦੇ ਵਿੱਚ ਡੱਡੂ ਰਹਿੰਦਾ ਸੀ, ਉੱਧਰੋਂ ਇੱਕ ਹੰਸ ਕਿਤੇ ਉਡਾਰੀ ਮਾਰਦਾ ਮਾਰਦਾ ਉਹ ਖੂਹ ਦੇ ਕਿਨਾਰੇ ਆ ਬੈਠਾ। ਆ ਕਰਕੇ ਤੇ ਡੱਡੂ ਮਿਲਿਆ। ਡੱਡੂ ਨੇ ਕਿਹਾ ਕਿ ਭਾਈ ਤੂੰ ਬੜਾ ਚਿੱਟਾ ਹੈ, ਕਿੱਥੋਂ ਆਇਆ ਹੈ? ਕਹਿੰਦਾ ਜੀ ਮੈਂ ਮਾਨ ਸਰੋਵਰ ਤੋਂ ਆਇਆ ਹਾਂ। ਡੱਡੂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਕਹਿਣ ਲੱਗਾ ਡੱਡੂ ਨੂੰ ਹੰਸ ਕਿ ਚੱਲ ਐਂ ਕਰ, ਤੂੰ ਮੇਰੇ ਪਿੱਠ ਤੇ ਬੈਠ ਜਾ, ਤੈਨੂੰ ਮੈਂ ਮਾਨ ਸਰੋਵਰ ਦੀ ਸੈਲ ਕਰਾ ਕੇ ਲਿਆਵਾਂ। ਡੱਡੂ ਕਹਿੰਦਾ ਕਿ ਨਹੀਂ, ਮੈਂ ਨਹੀਂ ਜਾਣਾ, ਤੇਰਾ ਕੀ ਮਾਨ ਸਰੋਵਰ ਹੋਏਗਾ। ਇੱਕ ਛਾਲ ਮਾਰੀ ਡੱਡੂ ਨੇ, ਕਹਿੰਦਾ ਲੈ ਇੰਨਾ ਕੁ ਤੇਰਾ ਮਾਨ ਸਰੋਵਰ। ਤੇ ਹੰਸ ਹੱਸਿਆ, ਕਹਿਣ ਲੱਗਾ ਨਹੀਂ ਨਹੀਂ, ਇਹ ਤਾਂ ਉਹ ਬਹੁਤ ਵੱਡਾ ਹੈ। ਤੇ ਦੂਜੀ ਛਾਲ ਮਾਰ ਦਿੱਤੀ, ਕਹਿੰਦੇ ਏਡਾ ਕੁ ਹੋਊਗਾ, ਕਹਿੰਦੇ ਨਹੀਂ ਇਹਦੋਂ ਵੀ ਉੱਚਾ ਹੈ, ਵੱਡਾ ਹੈ। ਤੀਜੀ ਛਾਲ ਮਾਰੀ, ਕਹਿੰਦੇ ਇਹਦੋਂ ਵੱਡਾ, ਕਹਿੰਦੇ ਹਾਂ ਇੱਧਰੋਂ ਵੱਡਾ। ਚੌਥੀ ਛਾਲ ਮਾਰ ਕੇ ਖੂਹ ਦੇ ਦੂਜੇ ਪਾਸੇ ਚਲਾ ਗਿਆ, ਕਹਿੰਦੇ ਇਹਦੋਂ ਵੱਡਾ ਤਾਂ ਕੁਝ ਨਹੀਂ ਹੋ ਸਕਦਾ ਹੈ। ਜੇ ਤੂੰ ਕਹੇ ਕਿ ਇਹਦੋਂ ਵੀ ਵੱਡਾ ਹੈ ਫਿਰ ਤਾਂ ਤੂੰ ਝੂਠ ਹੀ ਬੋਲਦਾ, ਇਹਦੋਂ ਵੱਡਾ ਤਾਂ ਕੁਝ ਨਹੀਂ। ਦੇਖੋ ਇਹੀ ਹੈ ਸਾਰਾ, ਕਹਿੰਦੇ ਖੂਹ ਤੋਂ ਮੈਂ ਦੂਜੇ ਪਾਸੇ ਆ ਗਿਆ ਹਾਂ, ਇਹਦੋਂ ਵੱਡੀ ਤਾਂ ਹੋਰ ਕੋਈ ਚੀਜ਼ ਨਹੀਂ ਹੈਗੀ ਇੱਥੇ। ਇਹਦਾ ਉਹਨੇ ਗੱਲ ਕੀਤੀ। ਤੇ ਹੰਸ ਕਹਿੰਦਾ ਕਿ ਐਸਾ ਨਹੀਂ ਹੈ, ਜਿਹੜਾ ਮਾਨ ਸਰੋਵਰ ਹੈ ਉਹ ਤਾਂ ਬੜੇ ਵੱਡੇ ਵਿਸਥਾਰ ਵਾਲਾ ਹੈ, ਉਹਦਾ ਕਿੱਥੋਂ ਤੂੰ ਅੰਤ ਪਾ ਸਕੇਂਗਾ। ਇਹ ਇੱਕ ਦ੍ਰਿਸ਼ਟਾਂਤ ਹੈ ਕਿ ਜਿਵੇਂ ਉਹ ਖੂਹ ਦਾ ਵਿਚਾਰਾ ਡੱਡੂ ਸੀ, ਉਹਨੂੰ ਖੂਹ ਦਾ ਹੀ ਪਤਾ ਸੀ ਕਿ ਬਸ ਇੰਨਾ ਕੀ ਹੈ। ਖੂਹ ਦਾ ਵੀ ਪੂਰਾ ਨਹੀਂ ਪਤਾ ਸੀ ਉਸ ਨੂੰ, ਕਿਉਂਕਿ ਖੂਹ ਦੇ ਵਿੱਚ ਰਹਿੰਦਾ ਸੀ, ਪਰ ਖੂਹ ਦੇ ਥੱਲੇ ਦਾ ਤਾਂ ਨਹੀਂ ਪਤਾ ਸੀ ਕਿ ਖੂਹ ਦਾ ਥੱਲਾ ਕਿੰਨਾ ਕੁ ਡੂੰਘਾ ਹੈ। ਉਹ ਤਾਂ ਉੱਪਰ ਹੀ ਰਹਿੰਦਾ ਸੀ ਖੂਹ ਦੇ। ਸੋ ਇਸ ਪ੍ਰਕਾਰ ਵੀ ਖੂਹ ਤੋਂ ਬਾਹਰ ਮਾਨ ਸਰੋਵਰ ਕਿੱਡਾ ਵੱਡਾ ਹੈ ਇਹਦਾ ਵੀ ਨਹੀਂ ਪਤਾ। ਇਹਦਾ ਨਾ ਤਾਂ ਅੰਦਰ ਦਾ ਪਤਾ ਦੇਸ਼ ਦਾ, ਨਾ ਬਾਹਰ ਪ੍ਰਦੇਸ਼ ਦਾ ਪਤਾ ਉਹਨੂੰ, ਹੋਰ ਵੀ ਕੁਝ ਹੈਗਾ ਇਹ ਤੋਂ ਵੱਡਾ ਵੀ। ਇਸੇ ਤਰ੍ਹਾਂ ਹੀ ਸੰਗਤ ਜੀ ਅੰਤਰੀ ਭਾਵ ਦੇ ਅੰਦਰ ਡੱਡੂ ਦੀ ਨਿਆਈ ਹੈ ਜੀਵ, ਖੂਹ ਦੀ ਨਿਆਈ ਹੈ ਆ ਸੰਸਾਰ। ਇਹ ਸੰਸਾਰ ਰੂਪੀ ਖੂਹ ਦੇ ਵਿੱਚ ਆਪਾਂ ਜੀਵ ਰੂਪੀ ਡੱਡੂ ਪਏ ਹੋਏ ਹਾਂ। ਤੇ ਆਪਣੇ ਸੁੱਖ ਕਿੱਡੇ ਕਿਨੇ ਸਾਰੇ, ਆਪਣੇ ਸੁੱਖ ਨੇ ਸੰਗਤ ਜੀ ਡੱਡੂ ਦੀਆਂ 4 ਛਲਾਂਗਾਂ ਦੇ ਵਾਂਗ। ਕੋਈ ਬ੍ਰਹਮ ਗਿਆਨੀ ਮਹਾਂਪੁਰਸ਼ ਆਉਂਦਾ ਹੈ, ਆ ਕੇ ਕਹਿੰਦਾ ਕਿ ਚਲੋ ਭਾਈ ਆਪ ਹੀ ਪ੍ਰਾਣੀਆਂ ਤੈਨੂੰ ਅਸੀਂ ਪਰਮਾਤਮਾ ਦਾ ਬ੍ਰਹਮਾਨੰਦ ਦੇ ਦਈਏ, ਜੋ ਪਰਮਾਤਮਾ ਦੀ ਪ੍ਰਾਪਤੀ ਦਾ ਆਨੰਦ ਹੈ ਉਹ ਤੈਨੂੰ ਚਖਾ ਦਈਏ, ਉਹਦਾ ਬੜਾ ਵੱਡਾ ਸੁੱਖ ਹੈ। ਉਹ ਕਹਿੰਦਾ ਜੀ ਕਿੱਡਾ ਕੁ ਸੁੱਖ ਹੋਊਗਾ, ਬਾ ਇੰਨਾ ਕੀ ਸੁੱਖ ਹੋਣਾ ਹੈ। ਗ੍ਰਸਤੀ ਬੰਦਾ ਜਿਵੇਂ ਦੱਸਦਾ ਕਿ ਜੀ ਇੰਨਾ ਕੁ ਸੁੱਖ ਹੋਊਗਾ, ਕਿਸੇ ਦਾ ਮੰਗਣਾ ਨਹੀਂ ਹੋ ਰਿਹਾ ਤੇ ਬੜੇ ਰਿਸ਼ਤੇ ਆਏ ਆ, ਸਾਰੇ ਟੁੱਟ ਜਾਂਦੇ ਆ, ਚਲੋ ਕਿਤੇ ਉਹਦਾ ਮੰਗਣਾ ਹੋ ਜਾਵੇ, ਜਿਵੇਂ ਉਹਨੂੰ ਖੁਸ਼ੀ ਹੁੰਦੀ ਹੈ, ਇੰਨਾ ਕੀ ਸੁੱਖ ਹੋਊਗਾ ਬ੍ਰਹਮਾਨੰਦ ਦਾ। ਮਹਾਂਪੁਰਸ਼ ਕਹਿੰਦੇ ਨਹੀਂ ਭਾਈ, ਇਹ ਤਾਂ ਕੁਝ ਵੀ ਨਹੀਂ ਹੈ ਉਹਦੇ ਸਾਹਮਣੇ ਸੁੱਖ। ਫਿਰ ਦੂਜੀ ਛਾਲ, ਦੂਜਾ ਸੁੱਖ ਆਖੇ ਜੀ ਚਲੋ ਜੇ ਕਿਸੇ ਦਾ ਵਿਆਹ ਨਾ ਹੁੰਦਾ ਹੋਵੇ ਤੇ ਵਿਆਹ ਦੇ ਦਿੱਤਾ ਜਾਵੇ,
ਤੇ ਏਡਾ ਕੁ ਸੁੱਖ ਹੋਊਗਾ, ਇਹਦੋਂ ਵੱਡਾ ਕਿੰਨਾ ਕੁ ਸੁੱਖ ਹੋ ਜਾਏਗਾ। ਤਾਂ ਕਹਿੰਦੇ ਨਹੀਂ ਭਾਈ, ਇਹਦੋਂ ਵੀ ਬਹੁਤ ਵੱਡਾ ਸੁੱਖ ਹੈ। ਤੀਜਾ ਕਹਿੰਦੇ ਜੀ ਅੱਛਾ ਫਿਰ ਮੁਕਲਾਵਾ ਨਾ ਦਿੰਦੇ ਹੋਣਗੇ ਉਹਦੇ ਸਹੁਰੇ, ਤਾਂ ਜੇ ਮੁਕਲਾਵਾ ਦੇ ਦਿੱਤਾ ਜਾਵੇ ਤਾਂ ਇੰਨਾ ਕੁ ਸੁੱਖ ਹੋ ਜਾਏਗਾ। ਤਾਂ ਮਹਾਂਪੁਰਸ਼ ਕਹਿੰਦੇ ਨਹੀਂ ਭਾਈ, ਇਹ ਤਾਂ ਤੁਹਾਡੇ ਜਿਹੜੇ ਸੁੱਖ ਨੇ ਸੰਸਾਰ ਦੇ, ਇਹ ਤਾਂ ਉਹਦੇ ਸਦਰਸ਼ ਵੀ ਨਹੀਂ, ਕੁਝ ਵੀ ਨਹੀਂ। ਤਾਂ ਕਹਿੰਦੇ ਜੀ ਦੇਖੋ ਚੌਥਾ ਸੁੱਖ ਹੈ ਫਿਰ ਗ੍ਰਸਤੀਆਂ ਦੀ ਜ਼ਿੰਦਗੀ ਵਿੱਚ ਗਾਂ ਸੰਤਾਨ ਦਾ। ਜੇ ਕਿਸੇ ਘਰ ਸੰਤਾਨ ਨਹੀਂ ਹੈ, ਸੰਤਾਨ ਦੀ ਪ੍ਰਾਪਤੀ ਹੋ ਜਾਵੇ, ਜਾਂ ਕੁਝ ਮਾਇਆ ਧਨ ਨਹੀਂ ਹੈ, ਮਾਇਆ ਧਨ ਆ ਕੇ ਮਿਲ ਜਾਵੇ, ਇਹਦੋਂ ਵੱਡਾ ਤਾਂ ਫਿਰ ਹੋਰ ਕੋਈ ਸੁੱਖ ਨਹੀਂ ਹੈ। ਇਹੀ ਹੈ ਬਈ ਸੁੱਖ ਸਭ ਤੋਂ ਵੱਡੇ। ਜੇ ਤੂੰ ਕਹੋ ਕਿ ਇਹਦੋਂ ਵੱਡੇ ਵੀ ਕੋਈ ਸੁੱਖ ਹੁੰਦੇ ਨੇ ਤਾਂ ਸਾਡੀ ਜ਼ਿੰਦਗੀ ਵਿੱਚ ਤਾਂ ਐਸਾ ਕੋਈ ਸੁੱਖ ਨਹੀਂ ਹੈ, ਉਹ ਫਿਰ ਤੁਸੀਂ ਝੂਠ ਹੀ ਬੋਲੋਗੇ। ਤਾਂ ਮਹਾਤਮਾ ਕਹਿੰਦੇ ਨਹੀਂ ਭਾਈ, ਜੋ ਬ੍ਰਹਮਾ ਆਨੰਦ ਦਾ ਸੁੱਖ ਹੈ ਉਹਦੇ ਸਾਹਮਣੇ ਤਾਂ ਇਹ ਤੁੱਛ ਮਾਤਰ ਵੀ ਨਹੀਂ ਪਹੁੰਚ ਸਕਦੇ, ਉਹ ਏਡਾ ਵੱਡਾ ਉਸ ਦਾ ਸੁੱਖ ਹੈ। ਇਹਦਾ ਸੰਗਤ ਜੀ ਸੰਸਾਰੀ ਜਿਹੜੇ ਲੋਕ ਨੇ ਉਹਨਾਂ ਦੇ ਵਾਸਤੇ ਬਸ ਇਹੀ ਸੁੱਖ ਕਲਪੇ ਹੋਏ ਹੈ ਕਿ ਆ ਜਗ ਮਿੱਠਾ ਅਗਲਾ ਕਿਨ ਡਿਠਾ, ਆਹੀ ਸੁੱਖ ਹੈ, ਇਹਦੋਂ ਵੱਡਾ ਹੋਰ ਕਿਹੜਾ ਸੁੱਖ ਹੋਏਗਾ ਭਾਈ। ਪਰ ਪਰਮਾਤਮਾ ਦੀ ਬੰਦਗੀ ਵਾਲੇ ਦੱਸਦੇ ਕਿ ਨਹੀਂ ਭਾਈ, ਇਹਦੋਂ ਵੱਡੇ ਵੀ ਬਹੁਤ ਸੁੱਖ ਨੇ। ਇੱਦਾਂ ਮਨੁੱਖ ਨੂੰ ਸੰਗਤ ਜੀ ਨਾ ਤਾਂ ਦੇਸ਼ ਦੀ ਕੋਈ ਸੂਝ ਹੈ ਆਪਣੇ ਆਤਮਾ ਦੀ, ਤੇ ਨਾ ਪਰਦੇਸ ਦੀ ਕੋਈ ਸੂਝ ਹੈ ਪਰਮਾਤਮਾ ਦੀ। ਆਤਮਾ ਆਪਣਾ ਦੇਸ਼ ਹੋ ਗਿਆ ਤੇ ਪਰਮਾਤਮਾ ਪਰਲਾ ਦੇਸ਼ ਹੋ ਗਿਆ। ਇੱਦਾਂ ਕਹਿੰਦੇ ਮਨੁੱਖ ਨੂੰ ਸੰਗਤ ਜੀ ਕਿਸੇ ਤਰ੍ਹਾਂ ਵੀ ਇਹ ਸੋਝੀ ਨਹੀਂ ਹੈ। ਕਾਸ਼ੋ ਦੇਸ਼ ਵਿਦੇਸ਼ ਨਾ ਬੂਝ, ਬੂਝ ਦਾ ਅਰਥ ਸਮਝ, ਦੇਸ਼ ਹੋ ਗਿਆ ਆਪਣੀ ਆਤਮਾ। ਬੰਦੇ ਨੂੰ ਆਪਣੀ ਆਤਮਾ ਦਾ ਪਤਾ ਨਹੀਂ ਕਿ ਸੁੱਖ ਤਾਂ ਅਸਲੀ ਉੱਥੋਂ ਪੈਦਾ ਹੋ ਰਹੇ ਨੇ ਆਪਣੀ ਆਤਮਾ ਦੇ ਵਿੱਚੋਂ। ਤੇ ਦੂਜਾ ਹੈ ਪਰਮਾਤਮਾ, ਤੇ ਪਰਮਾਤਮਾ ਬਾਰੇ ਤਾਂ ਕੁਝ ਜਾਣਦਾ ਹੀ ਨਹੀਂ ਹੈ ਕਿ ਪਰਮਾਤਮਾ ਨਾਂ ਦੀ ਵੀ ਕੋਈ ਚੀਜ਼ ਹੈ। ਹਾਂ ਕਹਿ ਦਊਗਾ ਕਿ ਰੱਬ ਹੈਗਾ, ਪਰ ਹੈ ਕਿੱਥੇ ਤਾਂ ਨਹੀਂ ਨਾ ਪਤਾ। ਜਿੱਦਾਂ ਗੁਰਬਾਣੀ ਅੰਦਰ ਮਹਾਰਾਜ ਦੱਸਦੇ ਹੈ, ਜੇ ਉਹ ਬਚਨਾਂ ਨੂੰ ਆਪਾਂ ਸੁਣੀਏ ਤਾਂ ਬੜੀ ਔਖੀ ਹੈ ਕਮਾਈ ਤਾਂ ਉਹਨਾਂ ਬਚਨਾਂ ਦੀ, ਪਰ ਜੇ ਆਪਾਂ ਸੁਣਦੇ ਹਾਂ ਪਤਾ ਚੱਲਦਾ। ਮਹਾਰਾਜ ਕਹਿੰਦੇ ਜਹ ਜਹ ਮਨ ਤੂੰ ਧਾਵਦਾ, ਤਹ ਤਹ ਹਰ ਤੇਰੇ ਨਾਲੇ। ਹੁਣ ਇਹਦੋਂ ਵੱਡੀ ਕੀ ਗੱਲ ਆਪਾਂ ਸਮਝੀਏ। ਐ ਮਨਾ ਜਿੱਥੇ ਜਿੱਥੇ ਤੂੰ ਦੌੜ ਕੇ ਜਾਣਾ ਹੈ, ਉੱਥੇ ਉੱਥੇ ਪਰਮਾਤਮਾ ਤੇਰੇ ਨਾਲ ਹੈ। ਦੱਸ ਪਰਮਾਤਮਾ ਤੋਂ ਬਿਨਾਂ ਕਿੱਥੇ ਭੱਜ ਕੇ ਚਲਿਆ ਜਾਵੇਂਗਾ, ਉੱਥੋਂ ਤਾਂ ਬਿਨਾਂ ਤੂੰ ਕਿਤੇ ਜਾ ਹੀ ਨਹੀਂ ਸਕਦਾ ਹੈ। ਹੁਣ ਮਨ ਕਿੱਥੇ ਦੌੜਦਾ ਸੰਗਤ ਜੀ, ਮਨ ਦੌੜਦਾ ਅੱਖਾਂ ਰਾਹੀਂ, ਮਨ ਦੌੜਦਾ ਕੰਨਾਂ ਰਾਹੀਂ, ਮਨ ਦੌੜਦਾ ਜ਼ੁਬਾਨ ਰਾਹੀਂ, ਮਨ ਦੌੜਦਾ ਚਮੜੀ ਰਾਹੀਂ, ਮਨ ਦੌੜਦਾ ਨੱਕ ਰਾਹੀਂ, ਪੈਰਾਂ ਰਾਹੀਂ, ਹੱਥਾਂ ਰਾਹੀਂ। ਇਸ ਪ੍ਰਕਾਰ ਇਹਨਾਂ ਸੰਗਤ ਜੀ ਸਰੀਰ ਦੇ ਅੰਗਾਂ ਰਾਹੀਂ ਮਨ ਸਾਡਾ ਦੌੜਦਾ ਹੈ। ਤੇ ਮਹਾਰਾਜ ਕਹਿੰਦੇ ਜਿੱਥੇ ਜਿੱਥੇ ਵੀ ਤੂੰ ਜਾਣਾ ਹੈ ਨਾ, ਇਹ ਨਾ ਸਮਝੀ ਕਿਸੇ ਨੂੰ ਪਤਾ ਨਹੀਂ, ਪਰਮਾਤਮਾ ਉੱਥੇ ਉੱਥੇ ਹੀ ਨਾਲ ਹੈ। ਉਹ ਸਾਰਾ ਤੇਰੇ ਬਾਰੇ ਜਾਣ ਰਿਹਾ ਹੈ, ਕਿੱਥੇ ਕਿੱਥੇ ਤੂੰ ਜਾਣਾ ਹੈ। ਹਾਂ ਆਪਾਂ ਸਰੀਰ ਕਰਕੇ ਸੰਗਤ ਜੀ ਕਿਸੇ ਤੋਂ ਲੁਕੋਲਾਂਗੇ ਨਾ, ਇਹ ਸਾਡੇ ਸਰੀਰ ਕਰਕੇ ਕੋਈ ਬੰਦਾ ਚੋਰੀ ਕਰਦਾ ਹੈ, ਅੱਗੋਂ ਦੇਖਿਆ ਪਿੱਛੋਂ ਦੇਖਿਆ, ਤੁਝ ਤੇ ਕਹਾਂ ਛਪਾਵੇ ਬਚਨ ਮਹਾਰਾਜ ਜੀ ਦੇ ਆਉਂਦੇ ਵੀ ਅੱਗੋਂ ਦੇਖਦਾ ਪਿੱਛੋਂ ਦੇਖਦਾ, ਕੋਈ ਆਉਂਦਾ ਜਾਂਦਾ ਤਾਂ ਨਹੀਂ। ਇਹਦਾ ਆਪਣੇ ਆਪ ਨੂੰ ਕਹਿੰਦਾ ਕਿ ਲੈ ਮੈਂ ਅੱਜ ਬੜੀ ਸਿਆਣਪ ਨਾਲ ਚੋਰੀ ਕੀਤੀ, ਕੋਈ ਇਹਨੂੰ ਪਤਾ ਨਹੀਂ ਲੱਗਿਆ ਹੈ। ਸੋ ਇਹਦਾ ਲੋਕਾਂ ਤੋਂ ਤਾਂ ਆਪਾਂ ਲੁਕੋ ਕਰ ਲਵਾਂਗੇ, ਪਰ ਮਹਾਰਾਜ ਕਹਿੰਦੇ ਪਰਮਾਤਮਾ ਤੋਂ ਦੱਸੋ ਕਿੱਥੇ ਲੁਕੋ ਕਰਾਂਗੇ। ਉਹ ਤਾਂ ਸਾਰੀਆਂ ਥਾਵਾਂ 'ਤੇ ਹੈ। ਇਸ ਸਰੀਰ ਦੀ ਤਾਂ ਗੱਲ ਹੀ ਦੂਰ ਰਹਿ ਗਈ। ਸਰੀਰ ਆਪਾਂ ਲੋਕਾਂ ਤੋਂ ਲੁਕੋ ਲਿਆ, ਲੋਕਾਂ ਨੂੰ ਪਤਾ ਨਹੀਂ ਚੱਲਿਆ, ਪਰ ਪਰਮਾਤਮਾ ਉੱਥੇ ਵੀ ਹੈ। ਤੇ ਸਰੀਰ ਤੋਂ ਅੰਦਰ ਸੂਖਸ਼ਮ ਹੈ ਸੰਗਤ ਜੀ ਸਾਡਾ ਮਨ। ਸਰੀਰ ਕਰਕੇ ਕੋਈ ਬੰਦਾ ਗਲਤ ਕਰਮ ਕਰਦਾ ਹੈ, ਉਹ ਆਪਾਂ ਦੇਖ ਲੈਂਦੇ ਹਾਂ, ਪਤਾ ਲੱਗ ਜਾਂਦਾ ਹੈ। ਹੁਣ ਮਨ ਕਰਕੇ ਕੋਈ ਕਿੰਨੇ ਕੁ ਗਲਤ ਕੰਮ ਕਰਦਾ, ਉਹ ਤਾਂ ਨਹੀਂ ਆਪਾਂ ਦੇਖ ਸਕਦੇ। ਹੁਣ ਬੈਠੇ ਐ, ਮਨ ਕਿਸੇ ਦਾ ਇੱਧਰ ਜਾ ਰਿਹਾ, ਕਿਸੇ ਦਾ ਉੱਧਰ ਜਾ ਰਿਹਾ, ਕਿਸੇ ਦਾ ਬੁਰੇ ਕੰਮ 'ਚ, ਕਿਸੇ ਦਾ ਹੋਰ ਕਿਸੇ ਕੰਮ 'ਚ ਜਾ ਰਿਹਾ ਹੈ ਮਨ। ਆਪਾਂ ਕਹਿੰਦੇ ਚੱਲ ਇੱਥੇ ਕਿਹੜਾ ਕਿਸੇ ਨੂੰ ਪਤਾ ਚੱਲਣ ਡਿਆ ਹੈ ਵੀ ਅੰਦਰ ਹੀ ਆ ਸਾਰੀ ਕਹਾਣੀ। ਪਰ ਮਹਾਰਾਜ ਕਹਿੰਦੇ ਇੱਦਾਂ ਨਾ ਇਹ ਨਾ ਕੰਮ ਕਰ ਤੂੰ, ਇਹ ਨਾ ਸਮਝ ਕਿਸੇ ਨੂੰ ਪਤਾ ਨਹੀਂ। ਹਾਂ ਲਾਗੇ ਕਿਸੇ ਨੂੰ ਨਹੀਂ ਪਤਾ, ਪਰ ਅੰਦਰ ਜਿੱਥੇ ਮਨ ਤੇਰਾ ਜਾ ਰਿਹਾ ਨਾ ਪਰਮਾਤਮਾ, ਉੱਥੋਂ ਦੀ ਇਕੱਲੀ ਇਕੱਲੀ ਖਬਰ ਉਹਨੂੰ ਸਾਰੀ ਪਤਾ ਹੈ। ਨੋਟ ਹੈ ਉਹਦੇ, ਨੋਟ ਦੇ ਵਿੱਚ ਹੈ ਸਾਰੀ ਖਬਰ। ਮਹਾਰਾਜ ਬਚਨ ਹੈ ਕਿ ਜਹ ਜਹ ਮਨ ਤੂੰ ਧਾਵਦਾ, ਤਹ ਤਹ ਹਰ ਤੇਰੇ ਨਾਲੇ। ਵੀ ਮਨਾ ਜਿੱਥੇ ਜਿੱਥੇ ਤੂੰ ਦੌੜ ਕੇ ਜਾਣਾ, ਅੱਖਾਂ ਰਾਹੀਂ ਦੌੜ ਕੇ ਜਾਊਗਾ, ਕਿਸੇ ਬਗਾਨੀਆਂ ਚੀਜ਼ਾਂ ਨੂੰ ਤੱਕੂਗਾ ਜਾ ਕੇ, ਤੇ ਆਖੂਗਾ ਚੱਲ ਕਿਸੇ ਨੂੰ ਤਾਂ ਨਹੀਂ ਪਤਾ ਚੱਲਣ ਡਿਆ, ਪਰ ਪਰਮਾਤਮਾ ਉੱਥੇ ਵੀ ਹੈ। ਮਹਾਰਾਜ ਕਹਿੰਦੇ ਮਨ ਦੇ ਨਾਲ ਨਾਲ ਹੀ ਜਾ ਰਿਹਾ ਹੈ। ਸੋ ਇੱਦਾਂ ਇਹ ਬਚਨ ਕਮਾਉਣੇ ਔਖੇ ਨੇ ਨਾ, ਪਤਾ ਤਾਂ ਲੱਗ ਗਿਆ ਹੈ, ਬਾਣੀ ਅੰਦਰ ਲਿਖੇ ਹੋਏ ਮਹਾਰਾਜ ਨੇ। ਇਹਨਾਂ ਦੀ ਕਮਾਈ ਕਰ ਲੈਣੀ, ਸੱਚੀ ਮੁੱਚੀ ਜਾਣ ਲੈਣਾ ਕਿ ਮਨ ਜਦੋਂ ਜਾਣ ਲੱਗਦਾ ਹੈ, ਉਹਨੂੰ ਕਹਿਣਾ ਨਾ ਇਹ ਕੰਮ ਕਰੀ, ਇੱਥੇ ਪਰਮਾਤਮਾ ਵੀ ਨਾਲ ਹੀ ਹੈ ਤੇਰੇ, ਉਹਨੇ ਤੇਰਾ ਇਹ ਜਿਹੜਾ ਐਬ ਹੈ ਉਹਨੇ ਦੇਖ ਲੈਣਾ ਹੈ। ਇੱਦਾਂ ਜੇ ਐਬ ਤੂੰ ਕਰਦਾ ਰਹਿ ਗਿਆ
ਤਾਂ ਇੱਕ ਦਿਨ ਇਹ ਵੀ ਹੋ ਸਕਦਾ ਕਿ ਪ੍ਰਮਾਤਮਾ ਆ ਕੇ ਛੱਡੋ ਭਾਈ ਇਹਦਾ ਖਹਿੜਾ, ਕੀ ਲੈਣਾ ਇਹਦੇ ਤੋਂ। ਫਿਰ ਉਹ ਜਿਹੜਾ ਐਬ ਹੈ ਫਿਰ ਦੁਨੀਆ ਦੇ ਵਿੱਚ ਨਸ਼ਰ ਹੋ ਜਾਂਦਾ ਹੈ, ਮੁੜ ਕੇ ਔਖਾ ਹੈ ਕਹਿੰਦੇ ਬਚਣਾ। ਇਸ ਕਰਕੇ ਪ੍ਰਮਾਤਮਾ ਤੋਂ ਸਦਾ ਡਰਦੇ ਹੀ ਰਹਿਣਾ ਚਾਹੀਦਾ ਹੈ, ਉਹਦਾ ਭੈ ਆਪਣੇ ਮਨ ਵਿੱਚ ਸਦਾ ਬਿਠਾਲ ਕੇ ਰੱਖੋ। ਗੁਨਾਹ ਤਾਂ ਅੱਗੇ ਨਹੀਂ ਸਾਡੇ ਸੰਗਤ ਜੀ ਸਾਡੇ ਕਾਬੂ 'ਚ ਆ ਰਹੇ, ਪਤਾ ਨਹੀਂ ਕਿੰਨੇ ਹਰ ਰੋਜ਼ ਆਪਾਂ ਗੁਨਾਹ ਦੇ ਗੁਨਾਹ ਕਰਦੇ ਹਾਂ। ਸੋ ਇਸ ਕਰਕੇ ਇੱਥੇ ਹੁਣ ਭਗਤ ਰਵਿਦਾਸ ਜੀ ਦੱਸ ਰਹੇ ਹਨ ਕਿ ਜੋ ਸੰਸਾਰੀ ਲੋਕ ਹਨ ਉਹਨਾਂ ਦਾ ਸੁੱਖ ਕੀ ਹੈ, ਬਸ ਆ 4 ਕਸ਼ਾਲਾਂ ਨੇ। ਮੁਕਲਾਵਾ ਨਹੀਂ ਆਉਂਦਾ ਉਹ ਆ ਗਿਆ, ਵਿਆਹ ਨਹੀਂ ਹੁੰਦਾ ਉਹ ਹੋ ਗਿਆ, ਮੰਗਣਾ ਨਹੀਂ ਹੁੰਦਾ ਉਹ ਹੋ ਗਿਆ, ਅਤੇ ਸੰਤਾਨ ਨਹੀਂ ਹੁੰਦੀ ਉਹ ਹੋ ਗਈ। ਗ੍ਰਸਤੀ ਵਾਸਤੇ ਸੰਸਾਰੀ ਬੰਦੇ ਵਾਸਤੇ ਇਹੀ ਸੁੱਖ ਨੇ ਸਾਰੇ, ਇਹਦੋਂ ਵੱਡਾ ਹੋਰ ਕੋਈ ਸੁੱਖ ਨਹੀਂ ਉਹਦੇ ਵਾਸਤੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਕਿ ਨਹੀਂ ਭਾਈ, ਉਹ ਜਿਹੜਾ ਸੁੱਖ ਹੈ ਨਾ ਬ੍ਰਹਮਾਨੰਦ ਦਾ, ਉਹ ਇਹਦੇ ਨਾਲੋਂ ਵੀ ਬੜਾ ਸੁੱਖ ਹੈ। ਇਹ ਸੁੱਖ ਤਾਂ ਹਨ ਖਿਨ ਭੰਗਰ, ਉਹ ਸੁੱਖ ਹੈ ਸਦੀਵੀ। ਸੋ ਇਸ ਪ੍ਰਕਾਰ ਇੱਥੇ ਬੇਨਤੀ ਕਰਦੇ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਵੇਂ ਖੂਹ ਭਰਿਆ ਹੋਵੇ ਪਾਣੀ ਦਾ ਵਿੱਚ ਪਿਆ ਹੋਵੇ ਡੱਡੂ, ਅਤੇ ਉਹਨੂੰ ਵਿਚਾਰੇ ਨੂੰ ਨਾ ਦਾ ਦੇਸ਼ ਦਾ ਪਤਾ ਖੂਹ ਦੇ ਥੱਲੇ ਦਾ, ਨਾ ਪ੍ਰਦੇਸ਼ ਦਾ ਪਤਾ ਹੈ ਬਾਹਰ ਵਾਲੇ ਦਾ। ਇੱਦਾਂ ਹੀ ਮਹਾਰਾਜ ਮੈਂ ਆ ਸੰਸਾਰ ਦੇ ਵਿੱਚ ਪਿਆ ਹੋਇਆ, ਸੰਸਾਰ ਖੂਹ ਦੇ ਵਿੱਚ ਡੱਡੂ ਦੇ ਵਾਂਗ, ਨਾ ਤਾਂ ਮੈਨੂੰ ਇਹਦੇ ਅੰਦਰ ਦਾ ਪਤਾ ਹੈ, ਨਾ ਇਹਦੇ ਬਾਹਰ ਦਾ ਪਤਾ ਕਿ ਕਿਵੇਂ ਜਾਣਾ ਹੈ, ਜਾਂ ਨਾ ਹੀ ਮਹਾਰਾਜ ਮੈਨੂੰ ਪਤਾ ਅੰਦਰ ਆਤਮਾ ਕਿੱਥੇ ਹੈ, ਨਾ ਹੀ ਪਰਮਾਤਮਾ ਤੇਰਾ ਪਤਾ ਕਿ ਤੂੰ ਕਿੱਥੇ ਹੈ। ਹੇ ਮੇਰੇ ਪਰਮਾਤਮਾ ਜੀ, ਇਸ ਤਰ੍ਹਾਂ ਜਿਹੜਾ ਮੇਰਾ ਮਨ ਹੈ ਨਾ, ਉਹ ਤਾਂ ਵਿਖਿਆ ਵਿਸ਼ਿਆਂ ਦੇ ਨਾਲ ਵਿਮੋਹਿਤ ਹੋਇਆ ਪਿਆ, ਵਿਸ਼ੇਸ਼ ਕਰਕੇ ਮੋਹਿਆ ਗਿਆ ਹੈ। ਤੇ ਮਹਾਰਾਜ ਮੈਨੂੰ ਆਰ ਪਾਰ ਦੀ ਤਾਂ ਕੋਈ ਸਮਝ ਨਹੀਂ ਹੈ, ਆਰ ਪਾਰ ਉਰਲੇ ਦੇ ਪਰਲੇ ਪਾਸੇ ਦੀ। ਸੱਚੇ ਪਾਤਸ਼ਾਹ ਆਪ ਹੀ ਮਿਹਰ ਕਰੋ। ਸੋ ਇਸ ਪ੍ਰਕਾਰ ਭਗਤ ਰਵਿਦਾਸ ਜੀ ਆਪਣੇ ਹਿਰਦੇ ਦੇ ਵਿੱਚੋਂ ਹੁਣ ਇਹ ਪ੍ਰਮਾਤਮਾ ਦੇ ਸਨਮੁਖ ਬੇਨਤੀ ਕਰਦੇ ਆ ਕਿ ਹੇ ਸਾਰੇ ਭਵਨ ਕੀ ਲੋਕਾਂ ਦੇ ਮਾਲਕਾ, ਇਹ ਮੇਰੇ ਵਾਹਿਗੁਰੂ ਜੀ ਕਿਰਪਾ ਕਰੋ, ਹੁਣ ਇੱਕ ਛਿਨ ਮਾਤਰ ਹੀ ਮੈਨੂੰ ਆ ਕੇ ਦਰਸ਼ਨ ਦਿਖਾ ਦਿਓ ਜੀ। ਵਿਸਰਾਮ ਦੇ ਕੇ ਅੱਗੇ ਦੱਸਦੇ ਹਨ, ਹੇ ਮਾਧਵਾ ਕੀ ਮਾਇਆ ਦੇ ਪਤੀ ਪਰਮ ਪਰਮਾਤਮਾ, ਜਿਹੜੀ ਮੇਰੀ ਮੱਤ ਹੈ ਉਹ ਤਾਂ ਵਿਕਾਰਾਂ ਕਰਕੇ ਮੈਲੀ ਹੋਈ ਪਈ ਹੈ। ਤੇਰੀ ਗਤ ਲਖੀ ਨਾ ਜਾਏ, ਹੇ ਮੇਰੇ ਪਰਮ ਪਰਮਾਤਮਾ, ਮੇਰੀ ਜਿਹੜੀ ਮੱਤ ਹੈ ਉਹ ਤਾਂ ਵਿਕਾਰਾਂ ਦੀ ਮੈਲ ਦੇ ਨਾਲ ਐ ਮੈਲੀ ਹੋਈ ਪਈ ਹੈ, ਪਾਪਾਂ ਦੀ ਮੈਲ ਦੇ ਨਾਲ ਭਰੀ ਪਈ ਹੈ। ਜਿਵੇਂ ਕੋਲੂ ਦੀ ਲੀਰ ਹੁੰਦੀ ਸੰਗਤ ਜੀ, ਉਹ ਕੋਲੂ ਨੂੰ ਸਾਫ਼ ਕਰਨ ਵਾਲੇ ਜਿਹੜੇ ਹੁੰਦੇ ਤੇਲੀਏ, ਉਹ ਵਰਤਦੇ ਰਹੇ। ਉਹ ਲੀਰ ਚਾਹੇ ਚਿੱਟਾ ਹੀ ਕੱਪੜਾ ਕਿਉਂ ਨਾ ਹੋਵੇ, ਦੁੱਧ ਰੰਗਾ, ਜਦੋਂ ਉਹਦੇ ਵਿੱਚ ਵਰਤਦੇ ਨੇ ਤਾਂ ਉਹਦੇ ਵਿੱਚ ਜਿਹੜੀ ਮੈਲ ਹੈ ਉਹ ਫਿਰ ਮੈਲ ਸੰਗਤ ਦੀ ਧੋਤੀ ਨਹੀਂ ਜਾਂਦੀ ਹੈ। ਉਹ ਚਾਹੇ ਸਾਬਣ ਲਾ ਕੇ ਧੋਲੋ, ਕਿਉਂਕਿ ਉਹ ਥੰਧਿਆਈ ਨਾਲ ਮਿਲ ਜਾਂਦੀ ਹੈ, ਜਿਹਦੇ ਕਰਕੇ ਉਹ ਫਿਰ ਮੈਲ ਪੂਰੀ ਤੌਰ 'ਤੇ ਨਿਕਲਦੀ ਨਹੀਂ। ਜਿੰਨੀ ਮਰਜ਼ੀ ਕੋਸ਼ਿਸ਼ ਕਰੀਏ ਤਾਂ ਵੀ ਕੱਪੜੇ ਦਾ ਮੁੜ ਪੁਰਾਣਾ ਰੰਗ ਨਹੀਂ ਆ ਸਕਦਾ, ਜਿੰਨਾ ਚਿੱਟਾ ਰੰਗ ਆਪਾਂ ਪਹਿਲਾਂ ਦੇਖਿਆ ਸੀ ਉਸ ਦਾ। ਸੋ ਇਸ ਪ੍ਰਕਾਰ ਸਾਡੇ ਮਨ ਨੂੰ ਸੰਗਤ ਦੀ ਪਾਪਾਂ ਦੀ ਮੈਲ ਲੱਗੀ ਹੋਈ, ਇੰਨੀ ਮੈਲ ਲੱਗ ਗਈ ਹੈ ਉਹ ਹੁਣ ਕਿਸੇ ਤਰ੍ਹਾਂ ਵੀ ਸਾਫ਼ ਨਹੀਂ ਹੁੰਦੀ। ਅਤੇ ਮਹਾਰਾਜ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਕਿ ਹੇ ਪਰਮਾਤਮਾ, ਜਿਹੜੀ ਤੇਰੀ ਗਤ ਕੀ ਪ੍ਰਾਪਤੀ ਦੀ ਮਿਤ ਮਰਜ਼ਾਦਾ ਹੈ ਨਾ, ਉਹ ਨਹੀਂ ਸਾਡੇ ਪਾਸੋਂ ਕਿਸੇ ਤਰ੍ਹਾਂ ਲਿਖੀ ਜਾ ਸਕਦੀ, ਜਾਣੀ ਜਾ ਸਕਦੀ। ਕਿਉਂ ਤੈਨੂੰ ਕਿਵੇਂ ਪ੍ਰਾਪਤ ਕਰੀਏ, ਕਿਉਂਕਿ ਮੱਤ ਤੇ ਪਾਪਾਂ ਦੇ ਨਾਲ ਭਰੀ ਪਈ ਹੈ। ਹੁਣ ਤਾਂ ਮਹਾਰਾਜ ਮੇਰਾ ਇਹੀ ਤਰਲਾ ਹੈ, ਇਹੀ ਬੇਨਤੀ ਹੈ, ਆਪ ਕਿਰਪਾ ਕਰ ਦਿਓ, ਜਿਹਦੇ ਕਰਕੇ ਮੇਰੇ ਅੰਦਰੋਂ ਜਿਹੜਾ ਭਰਮ ਪੈ ਗਿਆ, ਭੁਲੇਖਾ ਪੈ ਗਿਆ, ਇਹ ਚੁੱਕਿਆ ਜਾਵੇ। ਆਪ ਕਿਰਪਾ ਕਰੋ ਸੱਚੇ ਪਾਤਸ਼ਾਹ, ਮੈਨੂੰ ਸ਼੍ਰੇਸ਼ਟ ਮੱਤ ਸ਼੍ਰੇਸ਼ਟ ਅਕਲ ਸਮਝਾ ਦਿਓ। ਜਿਹੜੇ ਜੋਗੀ ਸਰਗੀਏ ਜੋਗੀਆਂ ਦੇ ਵੱਡੇ ਵੱਡੇ ਈਸ਼ਵਰ ਹਨ, ਉਹ ਵੀ ਤੇਰੀ ਪ੍ਰਾਪਤੀ ਨੂੰ ਪਾ ਨਹੀਂ ਸਕਦੇ। ਮਹਾਰਾਜ ਤੇਰੇ ਜਿਹੜੇ ਗੁਣ ਹਨ ਉਹ ਤਾਂ ਕਥਨ ਕੀ ਹੈ, ਕਹਿਣ ਤੋਂ ਅਪਾਰ ਕੀ ਪਰੇ ਦੀ ਗੱਲ ਹੀ ਹੈ। ਤੇਰੇ ਤਾਂ ਗੁਣ ਮਹਾਰਾਜ ਸੱਚੇ ਪਾਤਸ਼ਾਹ ਕਹੇ ਹੀ ਨਹੀਂ ਜਾ ਸਕਦੇ, ਇੰਨੇ ਗੁਣਾਂ ਦਾ ਤੂੰ ਮਾਲਕ ਹੈ। ਤੇ ਫਿਰ ਆਕਾਸ਼ਬਾਣੀ ਹੋਈ ਕਿ ਭਗਤ ਰਵਿਦਾਸ ਜੀ, ਜੇ ਗੁਣ ਕਹੇ ਨਹੀਂ ਜਾ ਸਕਦੇ ਫਿਰ ਤੂੰ ਕਿਉਂ ਨੂੰ ਕਹਿ ਰਿਹਾ ਹੈ? ਤੂੰ ਕਾਹਨੂੰ ਸਾਡੇ ਅੱਗੇ ਬੇਨਤੀਆਂ ਕਰ ਰਿਹਾ? ਤੂੰ ਕਾਹਨੂੰ ਸਾਨੂੰ ਕਿਤੇ ਤੂੰ ਕਹਿ ਰਿਹਾ ਸਾਰੇ ਭਵਨ ਦਾ ਮਾਲਕ ਹੈ, ਕਿਤੇ ਕਹਿ ਰਿਹਾ ਕਿ ਤੂੰ ਦਿਆਲੂ ਹੈ, ਕਿਰਪਾਲੂ ਹੈ, ਫਿਰ ਤੂੰ ਕਾਹਨੂੰ ਕਹਿ ਰਿਹਾ ਹੈ? ਤਾਂ ਭਗਤ ਰਵਿਦਾਸ ਸਾਹਿਬ ਜੀ ਕਥਨ ਕਰਦੇ ਨੇ
ਕਿ ਪ੍ਰੇਮ ਭਗਤ ਕੈ ਕਾਰਨ ਹੈ। ਇਹ ਮਹਾਰਾਜ, ਮੈਂ ਤਾਂ ਕਿ ਤੇਰੀ ਪ੍ਰੇਮਾ ਭਗਤੀ ਦੀ ਪ੍ਰਾਪਤੀ ਦੇ ਵਾਸਤੇ ਤੇਰੇ ਗੁਣ ਕਹਿ ਰਿਹਾ ਹਾਂ। ਰਵਿਦਾਸ ਚਮਾਰ ਆ ਚਮਾਰ ਜਾਤੀ ਦੇ ਵਿੱਚੋਂ ਸੰਬੰਧਿਤ ਸਨ ਭਗਤ ਰਵਿਦਾਸ ਜੀ। ਕਹਿਣ ਲੱਗੇ ਕਿ ਮੈਂ ਤੇਰੇ ਪ੍ਰੇਮਾ ਭਗਤੀ ਮੇਰੇ ਹਿਰਦੇ 'ਚ ਪ੍ਰਾਪਤ ਹੋ ਜਾਵੇ, ਬਸ ਇਸੇ ਕਰਕੇ ਤੇਰੇ ਗੁਣਾਂ ਨੂੰ ਮੈਂ ਕਹਿ ਰਿਹਾ ਹਾਂ, ਜਿਹਦੇ ਕਰਕੇ ਮੈਂ ਚੰਮ ਦਾ ਜਿਹੜਾ ਆਲਾ ਹੈ ਆਕਾਰ ਸਰੀਰ, ਇਹਦੀ ਹੰਗਤਾ ਤੋਂ ਦੇਹ ਅਧਿਆਸ ਤੋਂ ਰਹਿਤ ਹੋ ਜਾਵਾਂ। ਸੋ ਇਸ ਪ੍ਰਕਾਰ ਇਹ ਭਗਤ ਰਵਿਦਾਸ ਸਾਹਿਬ ਜੀ ਨੇ ਅਥਾਹ ਪ੍ਰੇਮ ਸ਼ਰਧਾ ਦੇ ਵਿੱਚ ਆ ਕਰਕੇ ਪਾਵਨ ਸ਼ਬਦ ਉਚਾਰਨ ਕੀਤਾ ਹੈ। ਪਹਿਲੇ ਸ਼ਬਦ ਵਿੱਚ ਆਪਣੀ ਰਾਸ਼ੀ ਪੂੰਜੀ ਸ਼ਰਧਾ ਦੀ ਤੇ ਉਹਦੀ ਸਾਂਭ ਸੰਭਾਲ ਵਾਸਤੇ ਬੇਨਤੀ ਕੀਤੀ, ਦੂਜੇ ਵਿੱਚ ਪ੍ਰਮਾਤਮਾ ਦੇ ਦਰਸ਼ਨਾਂ ਦੀ ਬੇਨਤੀ ਕੀਤੀ ਅਤੇ ਜੋ ਵਿਘਨ ਹਨ ਉਹਨਾਂ ਦਾ ਵੀ ਇੱਥੇ ਵਿਖਿਆਨ ਵਿੱਚ ਕਥਨ ਕੀਤਾ ਹੈ ਕਿ ਮੈਲੀ ਮੱਤ ਕਰਕੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਜਾਣੀ ਜਾਂਦੀ ਹੈ। ਇਸ ਕਰਕੇ ਉਹ ਮੈਲੀ ਮੱਤ ਦੂਰ ਕਿਵੇਂ ਹੋਵੇ? ਕਹਿੰਦੇ ਪਰਮਾਤਮਾ ਦੇ ਸਨਮੁਖ ਬੇਨਤੀਆਂ ਹੀ ਕਰੋ, ਹੋਰ ਤਾਂ ਕੀ ਕਰ ਸਕਦੇ ਹਾਂ ਆਪਾਂ। ਆਪਣਾ ਤਾਂ ਕੋਈ ਜ਼ੋਰ ਹੈ ਹੀ ਨਹੀਂ ਹੈ ਕਿ ਆਪਾਂ ਕਿਸੇ ਤਰ੍ਹਾਂ ਕੁਝ ਕਰ ਸਕੀਏ। ਇਸ ਕਰਕੇ ਉਹਦੇ ਅੱਗੇ ਬੇਨਤੀਆਂ ਕਰੋ, ਇਹੀ ਆਪਾਂ ਕਰ ਸਕਦੇ ਹਾਂ ਕਿ ਮਹਾਰਾਜ ਕਿਰਪਾ ਕਰੋ, ਜਿਹਦੇ ਕਰਕੇ ਉਹ ਭਰਮ ਚੁੱਕਿਆ ਜਾਵੇ, ਮੈਲ ਕੱਟੀ ਜਾਵੇ। ਐਸੀ ਕੋਈ ਸ੍ਰੇਸ਼ਟ ਅਕਲ ਬੁੱਧ ਸਾਨੂੰ ਦੇ ਦਿਓ ਤੇ ਆਪ ਕਿਰਪਾ ਕਰੋ ਤੇ ਸਾਡੇ ਅੰਦਰ ਆਪ ਜੀ ਦਾ ਪ੍ਰੇਮ ਲੱਗ ਜਾਵੇ, ਪ੍ਰੇਮਾ ਭਗਤੀ ਲੱਗ ਜਾਵੇ, ਇੱਦਾਂ ਜੀਵਨ ਸਫਲਾ ਹੋ ਜਾਵੇ। ਇਸ ਪ੍ਰਕਾਰ ਇਹ ਪ੍ਰੇਮ ਦੇ ਵਿੱਚ ਭਿੱਜੇ ਹੋਏ ਭਗਤ ਰਵਿਦਾਸ ਸਾਹਿਬ ਜੀ ਪਾਵਨ ਸ਼ਬਦ ਉਚਾਰਨ ਕਰ ਰਹੇ ਹਨ। ਉਹਨਾਂ ਦੇ ਇਹ ਅੱਜ 2 ਸ਼ਬਦ ਆਪਾਂ ਸਰਵਣ ਕੀਤੇ ਨੇ। ਅੱਗੇ ਇਸ ਗੌੜੀ ਰਾਗ ਦੇ ਅੰਦਰ ਇੱਕੋ ਸ਼ਬਦ ਉਹਨਾਂ ਦਾ ਬਾਕੀ ਰਹਿ ਗਿਆ ਹੈ। ਉਦੋਂ ਬਾਅਦ ਫਿਰ ਨਾਲ ਹੀ ਭਗਤ ਸਾਹਿਬਾਨਾਂ ਦੀ ਬਾਣੀ ਦੀ ਸਮਾਪਤੀ ਹੋਵੇਗੀ ਗੌੜੀ ਰਾਗ ਅੰਦਰ, ਨਾਲ ਹੀ ਗੌੜੀ ਰਾਗ ਦੀ ਸਮਾਪਤੀ ਹੋ ਜਾਏਗੀ। ਫਿਰ ਅੱਗੇ ਆਸਾ ਰਾਗ ਸੰਗਤ ਜੀ ਆਰੰਭ ਹੋਵੇਗਾ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਚੌਥਾ ਰਾਗ ਹੈ। ਸੋ ਹੁਣ ਇੱਥੇ ਆਪਾਂ ਸਮਾਪਤੀ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ। ਜੋਗੀ ਸਰ ਪਾਵਕ ਨਹੀਂ ਤੋ ਗੁਣ ਕਥਨ ਅਪਾਰ, ਪ੍ਰੇਮ ਭਗਤ ਕੈ ਕਾਰਨ ਤਬ ਰਵਿਦਾਸ ਚਮਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।